ਇੱਕ ਵਾਰੀ ਗੁਰੂ ਜੀ ਦਾ ਇੱਕ ਸਿੰਘ ਸੀ ਜੋ ਪਿੰਡ-ਪਿੰਡ ਜਾ ਕੇ ਸਿੱਖੀ ਦਾ ਪ੍ਰਚਾਰ ਕਰਦਾ ਸੀ। ਇੱਕ ਦਿਨ ਪ੍ਰਚਾਰ ਕਰਦੇ-ਕਰਦੇ ਕਾਫੀ ਦੂਰ ਦੇ ਪਿੰਡਾਂ ਵਿੱਚ ਚਲਾ ਗਿਆ ਤੇ ਵਾਪਸ ਮੁੜਦੇ-ਮੁੜਦੇ ਉਸ ਨੂੰ ਰਾਤ ਪੈ ਗਈ। ਫਿਰ ਸਿੰਘ ਸੋਚਣ ਲੱਗਾ, ਹਨੇਰਾ ਹੋ ਰਿਹਾ ਹੈ, ਅੱਜ ਰਾਤ ਇੱਥੇ ਹੀ ਕਿਤੇ ਜੰਗਲ 'ਚ ਗੁਜ਼ਾਰ ਲੈਂਦਾ ਹਾਂ ਤੇ ਸਵੇਰੇ ਲੋਹ ਲੱਗਦੇ ਹੀ ਸ਼੍ਰੀ ਅਨੰਦਪੁਰ ਸਾਹਿਬ ਵੱਲ ਚਾਲੇ ਪਾ ਦੇਵਾਂਗਾ। ਇੰਨਾ ਸੋਚ ਸਾਹਮਣੇ ਇੱਕ ਪੱਥਰ ਦੀ ਮੜੀ ਜਿਹੀ ਤੇ ਉਹ ਲੰਮਾ ਪੈ ਗਿਆ ਤੇ ਉਸ ਦੀ ਅੱਖ ਲੱਗ ਗਈ। ਤੜਕੇ ਉੱਠ ਨਿਤਨੇਮ ਕਰਨ ਤੋਂ ਬਾਅਦ ਚਾਲੇ ਪਾਉਣ ਦੀ ਤਿਆਰੀ ਕਰਨ ਲੱਗਾ। ਹੁਣ ਥੋੜੀ ਲੋਅ ਵੀ ਲੱਗ ਗਈ ਸੀ, ਪਰ ਜਦ ਉਸਨੇ ਥੱਲੇ ਦੇਖਿਆ ਤਾਂ ਉਹ ਕਰੜੇ ਪੀਰ ਦੀ ਮੜੀ ਤੇ ਬੈਠਾ ਸੀ। ਫਿਰ ਉਸ ਨੂੰ ਅਹਿਸਾਸ ਹੋਇਆ ਕਿ ਸਾਰੀ ਰਾਤ ਉਹ ਇਸ ਮੜੀ ਤੇ ਸੁੱਤਾ ਰਿਹਾ। ਉਸਨੇ ਸੁਣ ਰੱਖਿਆ ਸੀ ਕਿ ਕਰੜਾ ਪੀਰ ਮੜੀ ਦਾ ਨਿਰਾਦਨ ਕਰਨ ਵਾਲਿਆਂ ਨੂੰ ਪੁੱਠਾ ਢੰਗ ਦਿੰਦਾ ਹੈ। ਇਹ ਸੋਚਦਿਆਂ ਉਹਦੇ ਮਨ 'ਚ ਥੋੜਾ ਜਿਹਾ ਡਰ ਪੈਦਾ ਹੋ ਗਿਆ ਅਤੇ ਤੁਰੰਤ ਦੋਵੇਂ ਹੱਥ ਜੋੜ ਕੇ ਪੀਰ ਮੂਹਰੇ ਮੱਥਾ ਟੇਕਦਿਆਂ ਉਸਨੇ ਕਿਹਾ ਕਿ ਪੀਰ ਜੀ, ਮੈਨੂੰ ਮੁਆਫ ਕਰਨਾ, ਮੈਥੋਂ ਅਣਜਾਣੇ ਵਿੱਚ ਇਹ ਗਲਤੀ ਹੋ ਗਈ। ਬਸ ਇੰਨਾ ਕਹਿਣ ਦੀ ਦੇਰ ਹੋਈ, ਪੀਰ ਨੇ ਉਸ ਨੂੰ ਪੁੱਠਾ ਟੰਗ ਦਿੱਤਾ। ਜਿਸ ਤੋਂ ਬਾਅਦ ਸਿੰਘ ਨੇ ਬਥੇਰੇ ਹੱਥ ਜੋੜੇ, ਮਿੰਨਤਾਂ ਕਰੀਆਂ, ਪਰ ਪੀਰ ਥੱਲੇ ਨਾ ਲਾਵੇ। ਲਾਗੇ ਦੇ ਪਿੰਡਾਂ 'ਚ ਇਹ ਖਬਰ ਅੱਗ ਵਾਂਗ ਫੈਲ ਗਈ ਕਿ ਗੁਰੂ ਦਾ ਸਿੱਖ ਕਰੜੇ ਪੀਰ ਨੇ ਪੁੱਠਾ ਟੰਗ ਦਿੱਤਾ। ਲੋਕੀ ਇਕੱਠਾ ਹੋਣਾ ਸ਼ੁਰੂ ਹੋ ਗਏ, ਕਿਉਂਕਿ ਲੋਕਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਜਿਸ ਸਿੰਘ ਦਾ ਗੁਰੂ ਇੰਨਾ ਮਹਾਨ ਸੰਤ ਸਿਪਾਹੀ ਹੋਵੇ, ਉਸ ਨੂੰ ਕੋਈ ਪੀਰ ਕਿਵੇਂ ਟੰਗ ਸਕਦਾ ਹੈ। ਹੁਣ ਤੱਕ ਸਿੰਘ ਨੂੰ ਵੀ ਮਹਿਸੂਸ ਹੋ ਗਿਆ ਕਿ ਉਸਨੇ ਪੀਰ ਮੂਹਰੇ ਸਿਰ ਝੁਕਾ ਕੇ ਕਿੰਨੀ ਵੱਡੀ ਗਲਤੀ ਕੀਤੀ ਸੀ। ਮਨੋ ਮਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਯਾਦ ਕਰਦਿਆਂ ਉਸਨੇ ਅਰਦਾਸ ਕੀਤੀ ਕਿ ਹੇ ਕਲਗੀਧਰ ਪਾਤਸ਼ਾਹ, ਮੈਥੋਂ ਭੁੱਲ ਹੋ ਗਈ ਹੈ ਕਿ ਮੈਂ ਆਪਣੇ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਇਸ ਪੀਰ ਮੂਹਰੇ ਮੱਥਾ ਟੇਕ ਦਿੱਤਾ। ਮੇਰੀ ਭੁੱਲ ਬਖਸ਼ ਦਿਓ ਤੇ ਮੈਨੂੰ ਆ ਕੇ ਬਚਾਓ। ਉਧਰ ਕਲਗੀਧਰ ਪਾਤਸ਼ਾਹ ਜਾਣੀ ਜਾਣ ਸਭ ਦੇਖ ਰਹੇ ਸਨ ਤੇ ਜਿਵੇਂ ਹੀ ਸਿੰਘ ਨੇ ਸੱਚੇ ਦਿਲੋਂ ਅਰਦਾਸ ਕੀਤੀ ਤਾਂ ਫੌਰਨ ਘੋੜੇ ਤੇ ਸਵਾਰ ਹੋ ਕੇ ਗੁਰੂ ਜੀ ਉੱਥੇ ਆ ਪਹੁੰਚੇ। ਜਾ ਕੇ ਉਹਨਾਂ ਪੀਰ ਨੂੰ ਆਖਿਆ, ਹਾਂ ਭਾਈ, ਤੂੰ ਸਾਡਾ ਸਿੰਘ ਕਿਉਂ ਟੰਗਿਆ ਹੋਇਆ? ਅੱਗੋਂ ਪੀਰ ਬੋਲਿਆ, ਮਹਾਰਾਜ, ਇਹ ਹੁਣ ਆਪ ਜੀ ਦਾ ਸਿੰਘ ਨਹੀਂ ਰਿਹਾ। ਜਦੋਂ ਤੱਕ ਇਹ ਆਪ ਜੀ ਦਾ ਸਿੰਘ ਸੀ, ਮੈਂ ਤਾਂ ਇਹਦਾ ਵਾਲ ਵੀ ਵਿੰਗਾ ਨਾ ਕਰ ਸਕਿਆ। ਸਾਰੀ ਰਾਤ ਮੇਰੇ ਉੱਪਰ ਸੁੱਤਾ ਰਿਹਾ, ਪਰ ਉਸ ਵੇਲੇ ਇਹ ਆਪ ਜੀ ਦਾ ਸਿੰਘ ਸੀ। ਮੇਰੀ ਇੰਨੀ ਹਿੰਮਤ ਹੀ ਨਾ ਹੋਈ ਇਸ ਨੂੰ ਕੁਝ ਕਰਨ ਦੀ, ਪਰ ਜਦੋਂ ਇਸ ਨੇ ਮੇਰੇ ਮੂਹਰੇ ਸਿਰ ਹੀ ਝੁਕਾ ਦਿੱਤਾ ਤਾਂ ਹੁਣ ਇਹ ਮੇਰਾ ਹੋ ਗਿਆ। ਹੁਣ ਮੈਂ ਭਾਵੇਂ ਇਹਨੂੰ ਟੰਗ ਦਿਆਂ ਜਾਂ ਫਿਰ ਜ਼ਮੀਨ 'ਚ ਗੱਡ ਦਿਆਂ। ਤਦ ਗੁਰੂ ਸਾਹਿਬ ਨੇ ਉੱਥੇ ਮੌਜੂਦ ਸਭ ਸੰਗਤਾਂ ਨੂੰ ਵਚਨ ਕੀਤਾ ਕਿ ਸਾਨੂੰ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਲੜ ਲੱਗਣਾ ਚਾਹੀਦਾ ਹੈ। ਉਸ ਇੱਕ ਓਂਕਾਰ ਦਾ ਨਾਮ ਜਪੋ ਤੇ ਬਾਣੀ ਪੜੋ, ਉਹ ਆਪੇ ਤੁਹਾਡੇ ਅੰਗ ਸੰਗ ਸਹਾਈ ਹੋਣਗੇ ਤੇ ਤੁਹਾਨੂੰ ਪਾਰ ਲੰਘਾਉਣਗੇ। ਜਗ੍ਹਾ ਜਗ੍ਹਾ ਤੇ ਮੱਥੇ ਨਾ ਰਗੜੋ ਤੇ ਆਪਣੇ ਵਾਹਿਗੁਰੂ ਤੇ ਭਰੋਸਾ ਰੱਖੋ। ਬਹੁਤੀਆਂ ਬੇੜੀਆਂ 'ਚ ਪੈਰ ਰੱਖਣ ਵਾਲੇ ਕਦੇ ਵੀ ਪਾਰ ਨਹੀਂ ਲੰਘਦੇ। ਫਿਰ ਉਸ ਸਿੰਘ ਨੂੰ ਕਿਹਾ, ਸੱਚੇ ਦਿਲੋਂ ਮੂਲ ਮੰਤਰ ਦਾ ਜਾਪ ਕਰੋ ਤੇ ਅਕਾਲ ਪੁਰਖ ਨੂੰ ਯਾਦ ਕਰੋ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਭਲੀ ਕਰਨਗੇ। ਸਿੰਘ ਨੇ ਉਵੇਂ ਹੀ ਕੀਤਾ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਥੱਲੇ ਆ ਗਿਆ। ਫਿਰ ਪੀਰ ਨੇ ਗੁਰੂ ਸਾਹਿਬ ਅੱਗੇ ਬੇਨਤੀ ਕਰਦਿਆਂ ਕਿਹਾ, ਮਹਾਰਾਜ ਜੀ, ਮੈਨੂੰ ਕਈ 100 ਸਾਲਾਂ ਤੋਂ ਆਪ ਜੀ ਦਾ ਹੀ ਇੰਤਜ਼ਾਰ ਸੀ। ਮੈਂ ਆਪਣੇ ਵੇਲੇ ਦਾ ਬੜਾ ਕਰਾਮਾਤੀ ਪੀਰ ਸੀ, ਪਰ ਮੈਨੂੰ ਹੰਕਾਰ ਆ ਗਿਆ ਤੇ ਦੀਨ ਦੁਖੀ ਲੋਕਾਂ ਨੂੰ ਆਪਣੀਆਂ ਕਰਾਮਾਤਾਂ ਨਾਲ ਡਰਾ ਕੇ ਆਪਣੇ ਮੂਹਰੇ ਮੱਥਾ ਟੇਕਣ ਨੂੰ ਮਜਬੂਰ ਕੀਤਾ ਸੀ। ਫਿਰ ਇੱਕ ਦਿਨ ਇੱਕ ਰੱਬ ਦਾ ਸੱਚਾ ਫਕੀਰ ਇੱਥੇ ਆਇਆ। ਮੈਂ ਉਸ ਦਾ ਵੀ ਬਹੁਤ ਨਿਰਾਦਰ ਕੀਤਾ। ਉਸ ਫਕੀਰ ਨੇ ਮੈਨੂੰ ਸ਼ਰਾਪ ਦੇ ਦਿੱਤਾ ਕਿ ਤੂੰ ਫੌਰਨ ਪੱਥਰ ਦੀ ਮੜੀ 'ਚ ਬਦਲ ਜਾਵੇਂ। ਫਕੀਰ ਸੱਚਾ ਬੰਦਾ ਸੀ ਅਤੇ ਉਸਦੇ ਬੋਲ ਕਬੂਲ ਹੋ ਗਏ ਤੇ ਮੈਂ ਪੱਥਰ ਬਣ ਗਿਆ। ਫਿਰ ਮੈਂ ਤਰਲਾ ਕੀਤਾ ਕਿ ਹੁਣ ਮੇਰੀ ਖਲਾਸੀ ਕਿਵੇਂ ਹੋਵੇਗੀ। ਤਦ ਫਕੀਰ ਨੇ ਕਿਹਾ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ 10ਵੇਂ ਜਾਮੇ 'ਚ ਇੱਥੇ ਆਉਣਗੇ ਤੇ ਫਿਰ ਤੇਰੀ ਖਲਾਸੀ ਹੋਊ। ਹੇ ਪੀਰਾਂ ਦੇ ਪੀਰ ਗੁਰੂ ਗੋਬਿੰਦ ਸਿੰਘ ਮਹਾਰਾਜ, ਮੇਰੇ ਤੇ ਕਿਰਪਾ ਕਰੋ ਤੇ ਮੈਨੂੰ ਮੁਕਤੀ ਦਿਓ। ਤਦ ਗੁਰੂ ਜੀ ਨੇ ਕਿਹਾ ਕਿ ਤੂੰ ਆਪਣੀਆਂ ਕਰਾਮਾਤਾਂ ਨਾਲ ਦੀਨ ਦੁਖੀਆਂ ਨੂੰ ਬਹੁਤ ਤੰਗ ਕੀਤਾ, ਤੈਨੂੰ ਸਜ਼ਾ ਇਸੇ ਜਨਮ 'ਚ ਮਿਲ ਗਈ। ਹੁਣ ਸੱਚੇ ਦਿਲੋਂ ਆਪਣੇ ਬੁਰੇ ਕਰਮਾਂ ਦੀ ਤੌਬਾ ਕਰ, ਉਸ ਖੁਦਾ ਅੱਗੇ ਅਕਾਲ ਪੁਰਖ ਭਲੀ ਕਰਨਗੇ। ਪੀਰ ਨੇ ਵਚਨ ਪਾ ਕੇ ਉਵੇਂ ਹੀ ਕੀਤਾ। ਗੁਰੂ ਨਾਨਕ ਦੇਵ ਜੀ ਦੀ ਕਿਰਪਾ ਹੋਈ ਤੇ ਉਸ ਦੀ ਜੂਨੀ ਕੱਟੀ ਗਈ। ਸੋ ਇਸ ਸਾਖੀ ਤੋਂ ਸਾਨੂੰ ਸਾਧ ਸੰਗਤ ਜੀ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਐਵੇਂ ਥਾਂ ਥਾਂ ਮੜੀਆਂ ਮਸੀਤਾਂ ਤੇ ਨੱਕ ਨਹੀਂ ਰਗੜਨਾ ਚਾਹੀਦਾ। ਬਸ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਲੜ ਲੱਗਣਾ ਚਾਹੀਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।